कि जदों असीं नशा करके गृहस्थी करते हैं, नशा किसी भी तरह का हो सकता है, वो चाहे गोलियां कैप्सूलों वाला होवे, वो चाहे शराब का होवे, वो चाहे फिर अफीम का होवे, डोडियां का होवे, भुक्की का होवे या फिर चिट्टे का होवे। जदों मैंने इस विषय के उत्ते वैद हर्षवीर होरां कोलों जानकारी लैण की कोशिश की तां उन्होंने जो तत्थ जो अपनी रिसर्च मेरे नाल सांझी की या जिन्हां लोकां दा मरीज़ां दा मैनू हाल दस्सिया तां ओह सुन के मेरे रोंगटे खड़े हो गए। सब तो जिहड़ी पहली बीमारी लगदी है ना, वो लगदी लीवर नूं। लीवर साडा डैमेज होना शुरू हो जांदा, लीवर जिहड़ा फैटी हो जांदा। ਜਦੋਂ ਵੀ ਆਪਾਂ ਨਸ਼ਾ ਕਰਕੇ ਸੈਕਸ ਕਰਾਂਗੇ, ਸਭ ਤੋਂ ਜਿਹੜਾ ਪਹਿਲਾ ਨੁਕਸਾਨ ਹੁੰਦਾ ਲੀਵਰ ਨੂੰ ਹੁੰਦਾ। ਸੈਕਿੰਡ ਜਿਹੜਾ ਨੁਕਸਾਨ ਹੁੰਦਾ ਉਹ ਕਿਡਨੀਆਂ ਨੂੰ ਹੁੰਦਾ। ਫਿਰ ਉਸ ਤੋਂ ਬਾਅਦ ਆਪਾਂ ਨੂੰ ਸ਼ੂਗਰ, ਜਿਹਨੂੰ ਡਾਇਬਟੀਜ਼ ਕਹਿੰਦੇ ਆਪਾਂ, ਸ਼ੂਗਰ ਰੋਗ ਹੁੰਦਾ। ਉਸ ਤੋਂ ਬਾਅਦ ਗਾਂ ਫਿਰ ਬਲੱਡ ਪ੍ਰੈਸ਼ਰ ਦਾ ਨੁਕਸ ਹੁੰਦਾ, ਕਿਉਂਕਿ ਆਪਣਾ ਜਿਹੜਾ ਬਲੱਡ ਹੈ ਉਹ ਥਿੱਕ ਹੋ ਜਾਂਦਾ। ਸੋ ਮਲਟੀਪਲ ਪ੍ਰੋਬਲਮਸ, ਇੰਨੀਆਂ ਜ਼ਿਆਦਾ ਬਿਮਾਰੀਆਂ ਲੱਗਦੀਆਂ ਜਿਹਦੇ ਨਾਲ ਬੰਦਾ ਬਿਲਕੁਲ ਕਿਸੇ ਕੰਮ ਜੋਗਾ ਨਹੀਂ ਰਹਿੰਦਾ। मतलब नशा करके ਜਿਹੜੇ ਲੋਕ ਗ੍ਰਸਤੀ ਵਾਲੇ ਪਾਸੇ ਨੂੰ ਪੈਣ ਦੀ ਕੋਸ਼ਿਸ਼ਾਂ 'ਚ ਨੇ ਜਾਂ ਕਰਦੇ ਨੇ ਤਾਂ ਉਹਨਾਂ ਨੂੰ ਹਾਰਟ ਅਟੈਕ ਦੀ ਜਿਹੜੀ ਕੰਪੈਰੀਟਿਵਲੀ ਜਿਹੜੀ ਅਸੀਂ ਕਹਿ ਲਈਏ ਕਿ ਮਰਜ਼ ਹੈਗੇ ਜਾਂ ਹਾਰਟ ਅਟੈਕ ਹੋਣ ਦਾ ਕੰਪੈਰੀਟਿਵਲੀ ਚਾਂਸ ਜ਼ਿਆਦਾ ਰਹਿੰਦਾ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਿੱਧਾ ਸਿੱਧਾ। ਤੇ ਫਿਰ ਲੋਕ ਡਰਦੇ ਕਿਉਂ ਨਹੀਂ? ਦੇਖੋ ਜੀ, ਆਪਣੀ ਜਾਨ ਤੋਂ ਪਿਆਰੀ ਚੀਜ਼ ਕੋਈ ਨਹੀਂ ਹੁੰਦੀ। ਆਪਣੀ ਜਾਨ ਤੋਂ ਪਿਆਰੀ ਚੀਜ਼ ਸਿਰਫ ਇੱਕੋ ਹੀ ਹੈ ਵੀ ਆਪਾਂ ਇੰਜੋਇਮੈਂਟ ਕਰਨ ਲਈ ਕਿਸੇ ਵੀ ਹੱਦ ਤੱਕ। ਹੁਣ ਇਹ ਚੀਜ਼ ਤੇ ਨਾ ਸਾਰੇ ਜਿਹੜੇ ਸਾਇੰਟਿਸਟ ਨੇ ਉਹਨਾਂ ਰਿਸਰਚ ਕਰ ਚੁੱਕੇ ਨੇ। ਬਹੁਤ ਸਾਰੇ ਲੋਕਾਂ ਦੇ ਵਿੱਚ ਕਹਿੰਦੇ ਨੇ ਜੀ ਕਿ ਕਮਜ਼ੋਰੀ ਆ ਗਈ, ਤੇ ਫਿਰ ਕਮਜ਼ੋਰੀ ਦਾ ਕਾਰਨ ਵੀ ਫਿਰ ਉਹੀ ਚੀਜ਼ ਹੁੰਦੀ ਹੈ ਜਾਂ ਕਮਜ਼ੋਰੀ ਕੋਈ ਅੱਡ ਤਰੀਕੇ ਨਾਲ ਆਉਂਦੀ ਹੈ? ਦੇਖੋ ਜੀ, ਕਮਜ਼ੋਰੀ ਦਾ ਜਿਹੜਾ ਕਾਰਨ ਨੇ ਨਾ ਉਹ ਕਈ ਸਾਰੇ ਹੁੰਦੇ ਨੇ, ਉਹਦੇ ਡਿਫਰੈਂਟ ਚੀਜ਼ ਹੈ। ਪਰ ਇੱਥੇ ਜਿਹੜੀ ਗੱਲ ਇਸ ਵੇਲੇ ਚੱਲ ਰਹੀ ਹੈ ਉਹ 'ਚ ਸਭ ਤੋਂ ਇੰਪੋਰਟੈਂਟ ਚੀਜ਼ ਆ ਹੈ ਕਿ ਜਦੋਂ ਵੀ ਆਪਾਂ ਕੋਈ ਇੱਦਾਂ ਦਾ ਨਸ਼ਾ ਕਰ ਲਿਆ, ਸਪੋਜ਼ ਆਪਾਂ ਕੋਈ ਗੋਲੀ ਖਾ ਲਈ, ਕੋਈ ਕੈਪਸੂਲ ਖਾ ਲਿਆ, ਉਹਦੇ ਨਾਲ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਬਹੁਤ ਤੇਜ਼ ਹੋ ਗਏ, ਅਸੀਂ ਇੱਦਾਂ ਕਰ ਦਾਂਗੇ ਅਸੀਂ। ਬਟ ਇਹ ਚੀਜ਼ਾਂ ਐਕਚੁਅਲ ਦੇ ਵਿੱਚ ਨਹੀਂ ਹੁੰਦੀਆਂ, ਕਿਉਂਕਿ ਆਪਾਂ ਉਸ ਟਾਈਮ ਤੱਕ ਇੰਨਾ ਕੁ ਜ਼ਿਆਦਾ ਆਪਣਾ ਬੇੜਾ ਗਰਕ ਆਲਰੇਡੀ ਕਰ ਚੁੱਕੇ ਹੁੰਦੇ ਆ ਕਿ ਉਹ ਜਿਹੜੀ ਗੋਲੀ ਹੈ, ਉਹ ਜਿਹੜਾ ਕੈਪਸੂਲ ਹੈ, ਉਹ ਅਸਰ ਕਰਨਾ ਹੀ ਬੰਦ ਕਰ ਜਾਂਦਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਸਾਈਡ ਇਫੈਕਟ ਇਹ ਹੁੰਦਾ ਵੀ ਇੱਕ ਮਾਨਸਿਕ ਬੰਦੇ ਦੇ ਵਿੱਚ ਇੱਕ ਫੋਬੀਆ ਡਿਵੈਲਪ ਹੋ ਜਾਂਦਾ ਦਿਮਾਗ 'ਚ। ਫੋਬੀਆ ਮੀਨਸ ਵੀ ਇੱਕ ਵਹਿਮ ਪੈ ਜਾਂਦਾ ਦਿਮਾਗ ਦੇ ਵਿੱਚ ਵੀ ਜਦੋਂ ਵੀ ਮੈਂ ਨਸ਼ਾ ਕੀਤੇ ਬਿਨਾਂ ਇੰਟਰਕੋਰਸ ਕਰਾਂਗਾ, ਸੈਕਸ ਕਰਾਂਗਾ, ਅਤੇ ਮੈਨੂੰ ਮੇਰੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਨੀ ਪਏਗੀ ਵੀ ਮੈਂ ਅਨਏਬਲ ਟੂ ਪਰਫਾਰਮ, ਵੀ ਮੈਂ ਕਿਸੇ ਕੰਮ ਜੋਗਾ ਨਹੀਂ ਰਵਾਂਗਾ। ਅਤੇ ਇੱਦਾਂ ਦਾ ਕੁਛ ਨਹੀਂ ਹੁੰਦਾ। ਇਹ ਇੱਕ ਫੋਬੀਆ ਤੁਹਾਡੇ ਦਿਮਾਗ ਦੇ ਵਿੱਚ ਵਹਿਮ ਹੈ ਕਿ ਸਾਰੀ ਦੁਨੀਆ ਦੇ ਬੰਦੇ ਨਸ਼ਾ ਕਰਕੇ ਹੀ ਨਹੀਂ ਸਿਰਫ ਆਪਣੇ ਪਾਰਟਨਰ ਨੂੰ ਮਿਲਦੇ। ਤੁਹਾਡਾ ਪਾਰਟਨਰ ਤੁਹਾਡੇ ਤੋਂ ਜ਼ਿਆਦਾ ਖੁਸ਼ ਹੋਏਗਾ ਜੇ ਤੁਸੀਂ ਨਸ਼ਾ ਕੀਤੇ ਬਗੈਰ ਉਹਨਾਂ ਰਿਲੇਸ਼ਨ ਬਣਾਓਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ, ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵੈਦ ਹਰਸ਼ਵੀਰ ਨੇ, ਜਿਹੜੇ ਕਿ ਗੋਰਿਆਂ ਦੇ ਵੈਦ ਨੇ ਔਰ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਸਾਨੂੰ ਗ੍ਰਸਤੀ ਨਾਲ ਸੰਬੰਧਿਤ, ਤਾਕਤ ਨਾਲ ਸੰਬੰਧਿਤ, ਕਮਜ਼ੋਰੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਦਿੰਦੇ ਰਹਿੰਦੇ ਨੇ। ਪਰ ਇਸ ਵਾਰ ਜਿਹੜਾ ਇੱਕ ਨਵਾਂ ਮੁੱਦਾ ਹੈ, ਜਿਹੜਾ ਇੱਕ ਨਵਾਂ ਵਿਸ਼ਾ ਹੈ, ਉਹ ਇਹ ਵਿਸ਼ਾ ਹੈ ਕਿ ਜਦੋਂ ਅਸੀਂ ਨਸ਼ਾ ਕਰਕੇ ਗ੍ਰਸਤੀ ਕਰਦੇ ਹਾਂ, ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਉਹ ਚਾਹੇ ਗੋਲੀਆਂ ਕੈਪਸੂਲਾਂ ਵਾਲਾ ਹੋਵੇ, ਉਹ ਚਾਹੇ ਸ਼ਰਾਬ ਦਾ ਹੋਵੇ, ਉਹ ਚਾਹੇ ਫਿਰ ਅਫੀਮ ਦਾ ਹੋਵੇ, ਡੋਡਿਆਂ ਦਾ ਹੋਵੇ, ਭੁੱਕੀ ਦਾ ਹੋਵੇ ਜਾਂ ਫਿਰ ਚਿੱਟੇ ਦਾ ਹੋਵੇ। ਜਦੋਂ ਮੈंने ਇਸ ਵਿਸ਼ੇ ਦੇ ਉੱਤੇ ਵੈਦ ਹਰਸ਼ਵੀਰ ਹੋਰਾਂ ਕੋਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜੋ ਤੱਥ, ਜੋ ਆਪਣੀ ਰਿਸਰਚ ਮੇਰੇ ਨਾਲ ਸਾਂਝੀ ਕੀਤੀ ਜਾਂ ਜਿਨ੍ਹਾਂ ਲੋਕਾਂ ਦਾ, ਮਰੀਜ਼ਾਂ ਦਾ ਮੈਨੂੰ ਹਾਲ ਦੱਸਿਆ ਤਾਂ ਉਹ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ। ਵੈਦ ਹਰਸ਼ਵੀਰ ਹੋਰਾਂ ਦੀ ਅਸੀਂ ਪਿਛਲੀ ਵਾਰ ਜਿਹੜੇ ਅਸੀਂ ਕਹਿ ਲਈਏ ਕਿ ਅਸੀਂ ਜਿਹੜੀ ਵੀਡੀਓ ਬਣਾਈ ਸੀ, ਉਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਫੋਨ ਕਾਲਸ ਵੈਦ ਹਰਸ਼ਵੀਰ ਸਿੰਘ ਹੋਰਾਂ ਮੁਤਾਬਕ ਉਹਨਾਂ ਨੂੰ ਮਿਲੇ ਨੇ। ਬਹੁਤ ਸਾਰੀਆਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਬਰਾਬਰ, ਸਾਡੀਆਂ ਬੱਚੀਆਂ ਬਰਾਬਰ ਜਿਹੜੀਆਂ ਔਰਤਾਂ ਸੀ, ਮਹਿਲਾ ਵਰਗ ਸੀ, ਉਹਨਾਂ ਦੇ ਫੋਨ ਕਾਲ ਰਿਸੀਵ ਹੋਏ। ਉਹਨਾਂ ਨੇ ਕੀ ਕਿਹਾ, ਉਹਨਾਂ ਦਾ ਕੀ ਨਤੀਜਾ ਨਿਕਲਿਆ, ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਕਰਾਂਗੇ। ਪਹਿਲਾਂ ਇੱਕ ਵਾਰ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਵੈਦ ਹਰਸ਼ਵੀਰ ਜੀ ਹੋਣਾ ਦਾ, ਕਿਉਂਕਿ ਬੜਾ ਮਹੱਤਵਪੂਰਨ ਟਾਈਮ ਹੁੰਦਾ, ਬੜਾ ਇੰਪੋਰਟੈਂਟ ਟਾਈਮ ਹੁੰਦਾ, ਫਿਰ ਵੀ ਸਾਡੇ ਲਈ ਉਹ ਟਾਈਮ ਕੱਢਦੇ ਨੇ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ। ਵੈਦ ਹਰਸ਼ਵੀਰ ਸਿੰਘ ਦਾ
ਹਕੀਕਤ ਟੀਵੀ ਪੰਜਾਬੀ ਦੇਖਣ ਵਾਲਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ। ਅੱਛਾ ਵੈਦ ਜੀ, ਮੈਂ ਤੁਹਾਡੇ ਨਾਲ ਵੈਸੇ ਗੱਲ ਕਰ ਰਿਹਾ ਸੀ ਤੇ ਤੁਸੀਂ ਜੋ ਮੈਨੂੰ ਤੱਥ ਪੇਸ਼ ਕੀਤੇ, ਜੋ ਤੁਹਾਡੀ ਪਿਛਲੇ 20 ਸਾਲਾਂ ਦੀ ਰਿਸਰਚ ਹੈਗੀ ਹੈ, ਤੁਹਾਡਾ ਕਹਿਣਾ ਹੈ ਕਿ ਜਿਹੜਾ ਸ਼ਖਸ, ਜਿਹੜਾ ਇਨਸਾਨ ਨਸ਼ਾ ਕਰਕੇ ਗ੍ਰਸਤੀ ਵਾਲੇ ਪਾਸੇ ਨੂੰ ਪੈਂਦਾ ਹੈ ਤੇ ਉਹਦੇ ਨਤੀਜੇ ਬੜੇ ਖਤਰਨਾਕ ਨੇ। ਕੀ ਕਾਰਨ ਹੈ ਤੁਸੀਂ ਅੱਜ ਇਸ ਵਿਸ਼ੇ ਨੂੰ ਚੁਣਿਆ? ਦੇਖੋ ਫਰੂਕੀ ਸਾਹਿਬ, ਲਾਸਟ ਸਾਡੀ ਇੰਟਰਵਿਊ ਰਹੀ ਸੀਗੀ ਜਿਹੜੀ ਫਲੇਵਰ ਕੌਂਡਮ ਵਾਲੀ, ਉਹ ਫਲੇਵਰ ਕੌਂਡਮ ਵਾਲੀ ਇੰਟਰਵਿਊ ਲੋਕਾਂ ਨੇ ਬਹੁਤ ਪਸੰਦ ਕੀਤੀ ਅਤੇ ਇੱਕ ਰੈਲੇਵੈਂਟ ਜਿਹਾ ਟੌਪਿਕ ਸੀਗਾ। ਤੁਹਾਨੂੰ ਕਿਹਾ ਸੀਗਾ ਵੀ ਮੇਰਾ ਬੜਾ ਫੇਵਰੇਟ ਟੌਪਿਕ ਹੈ ਅਤੇ ਮੈਂ ਗੱਲ ਕਰਨੀ ਚਾਹਾਂਗਾ। ਅਤੇ ਇਹ ਟੌਪਿਕ ਡਿਸਕਸ ਕਰਨ ਤੋਂ ਬਾਅਦ ਸਾਡੀਆਂ ਫੀਮੇਲ ਵਰਗ ਵੱਲੋਂ, ਸਾਡੀਆਂ ਭੈਣਾਂ ਵੱਲੋਂ ਜਾਂ ਸਾਡੀਆਂ ਬੱਚੀਆਂ ਵੱਲੋਂ ਸਾਨੂੰ ਬਹੁਤ ਸਾਰੇ ਫੋਨ ਕਾਲ ਆਏ, ਜਿਹਦੇ ਵਿੱਚ ਬੜੇ ਮੈਨੂੰ ਦੁੱਖ ਨਾਲ ਭਰੇ ਹੋਏ ਮਨ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਮੈਨੂੰ ਸਾਰੀ ਰਾਤ ਉਸ ਦਿਨ ਮੈਂ ਸੋ ਨਹੀਂ ਸਕਿਆ। ਇੰਨੀ ਜ਼ਿਆਦਾ ਮੈਨੂੰ ਮੈਂਟਲ ਇੱਕ ਟੈਨਸ਼ਨ ਹੋ ਗਈ ਵੀ ਕੀ ਕੁਛ ਮੈਂ ਬਰਦਾਸ਼ਤ ਕੀਤਾ ਜਾਂ ਕੀ ਕੁਛ ਮੈਂ ਸੁਣਿਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਵੀ ਮੈਂ ਵਰਡ ਨਹੀਂ ਬਿਆਨ ਕਰ ਸਕਦਾ ਵੀ ਕੀ ਕੁਛ ਟਾਰਚਰ ਇੱਕ ਨਸ਼ਾ ਕਰਕੇ ਬੰਦਾ ਆਪਣੇ ਪਾਰਟਨਰ ਨਾਲ, ਜਿਹੜਾ ਬੰਦਾ ਉਹਨੂੰ ਸਾਰੀ ਦਿਹਾੜੀ ਉਹਦੀ ਟੇਕ ਕੇਅਰ ਕਰਦਾ, ਉਹਦੇ ਖਾਣ ਪੀਣ ਦਾ ਧਿਆਨ ਰੱਖਦਾ, ਉਹਦੇ ਕੱਪੜੇ ਪ੍ਰੈਸ ਕਰਦਾ, ਐਵਰੀਥਿੰਗ, ਜੋ ਵੀ ਆਪਾਂ ਕਹਿ ਦਈਏ ਵੀ ਇੱਕ ਰੱਬ ਰੂਪ ਬੰਦਾ ਜਿਹੜਾ ਸਾਡੇ ਨਾਲ ਸਾਡੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ, ਅਤੇ ਆਪਾਂ ਇੱਕ ਸਿਰਫ ਨਸ਼ਾ ਕਰਕੇ ਉਹਦਾ ਰਾਤ ਨੂੰ ਸੌਣ ਵੇਲੇ ਇੰਨਾ ਮਾੜਾ ਵਤੀਰਾ ਕਰਦੇ ਹਾਂ ਕਿ ਕੋਈ ਆਪਣੇ ਜਾਨਵਰ ਨਾਲ ਵੀ ਨਾ ਕਰੇ। ਸੋ ਇਹਨਾਂ ਚੀਜ਼ਾਂ ਨੂੰ ਸੁਣ ਕੇ ਮੇਰਾ ਇੰਨਾ ਕੁ ਜ਼ਿਆਦਾ ਮਨ ਭਰ ਆਇਆ, ਅਤੇ ਮੈਂ ਵੀ ਜਿੰਨਾ ਕੁ ਮੇਰੇ ਕੋਲ ਹੋ ਸਕਿਆ ਮੈਂ ਕਾਉਂਸਲਿੰਗ ਵੀ ਕੀਤੀ। ਮੈਨੂੰ ਨੰਬਰ ਦਿੱਤੇ ਉਹਨਾਂ ਨੇ, ਭੈਣਾਂ ਨੇ, ਵੀ ਤੁਸੀਂ ਮੇਰੇ ਹਸਬੈਂਡ ਨੂੰ ਥੋੜ੍ਹਾ ਸਮਝਾਓ ਜਾਂ ਕੁਛ ਗੱਲ, ਪਰ ਮੈਂ ਇਕੱਲਾ ਬੰਦਾ ਜੀ, ਮੈਂ ਕਿੰਨਾ ਕੁ ਇਹਦੇ ਲਈ ਐਫਰਟ ਕਰ ਸਕਦਾ। ਸੋ ਮੇਰਾ ਦੇਖਣ ਵਾਲਿਆਂ ਨੂੰ ਹੱਥ ਜੋੜ ਕੇ ਦਿਲੋਂ ਅਰਦਾਸ ਹੈ, ਅਪੀਲ ਹੈ, ਆਪਣਾ ਭਰਾ ਸਮਝ ਕੇ, ਆਪਣਾ ਵੀਰ ਸਮਝ ਕੇ, ਕਿ ਇੱਦਾਂ ਦੇ ਕੰਮ ਨਾ ਤੁਸੀਂ ਸੰਸਾਰ ਦੇ ਵਿੱਚ ਅੱਗੇ ਹੀ ਬਹੁਤ ਕੁਰੀਤੀਆਂ ਹੈਗੀਆਂ ਨੇ, ਅਤੇ ਤੁਸੀਂ ਘੱਟੋ ਘੱਟ ਆਪਣੇ ਪਾਰਟਨਰ ਨਾਲ ਤੇ ਨਾਲ ਇੱਦਾਂ ਦਾ ਕੁਛ ਕਰੋ। ਸੋ ਬੜਾ ਮਨ ਭਰ ਆਇਆ ਜੀ ਇਹਨਾਂ ਚੀਜ਼ਾਂ ਨੂੰ ਸੁਣ ਕੇ। ਅਤੇ ਵੈਸੇ ਇੱਕ ਆਪਾਂ ਇਹ ਗੱਲ ਕਰੀਏ ਵੀ ਆਪਾਂ ਤੁਰੇ ਜਾਂਦੇ ਬੰਦੇ ਨਾਲ ਕਿਸੇ ਨਾਲ ਮਾੜਾ ਨਹੀਂ ਕਰੀਦਾ, ਵੀ ਨਹੀਂ ਜੀ ਮਾੜਾ ਕਰਨਾ ਵੀ ਲੇਖਾ ਦੇਣਾ ਪੈਣਾ, ਅਤੇ ਆਪਾਂ ਆਪਣੇ ਪਾਰਟਨਰ ਨਾਲ ਮਾੜਾ ਕਰਨ ਵੇਲੇ ਸੋਚਦੇ ਨਹੀਂ। ਅੱਛਾ, ਤੁਸੀਂ ਦੱਸ ਰਹੇ ਸੀ ਕਿ ਬਠਿੰਡੇ ਵਾਲੀ ਭੈਣ ਦੀ ਸਟੋਰੀ, ਅਸੀਂ ਬਗੈਰ ਨਾਮ ਲਏ, ਬਗੈਰ ਕਿਸੇ ਗੱਲਬਾਤ ਤੋਂ, ਕੀ ਪ੍ਰੋਬਲਮ ਸੀ ਉਹਨਾਂ ਦੇ ਘਰੇ, ਕਿਸ ਨਸ਼ੇ ਦੀ ਹੱਦ ਤੱਕ ਜਾ ਕੇ ਜਾਨਵਰਾਂ ਵਰਗਾ ਵਿਵਹਾਰ ਜਿਹੜਾ ਉਹਦੇ ਘਰ ਦਾ ਕਰਦਾ ਸੀ, ਜ਼ਰਾ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ ਉਹ ਕਹਾਣੀ, ਤਾਂ ਕਿ ਉਸ ਤੋਂ ਕੁਝ ਲੋਕ ਸਬਕ ਲੈਣ। ਦੇਖੋ ਜੀ, ਬਹੁਤ ਦਰਦਨਾਕ ਅਤੇ ਬੜੀ ਦੁੱਖ ਭਰੀ ਕਹਾਣੀ ਹੈ, ਅਤੇ ਬੜੇ ਭਰੇ ਹੋਏ ਮਨ ਨਾਲ ਮੈਂ ਦੱਸ ਰਿਹਾ ਵਾਂ ਇਹ ਗੱਲ, ਕਿ ਸਾਡੀ ਭੈਣ ਸੀ ਬਠਿੰਡੇ ਤੋਂ, ਆਪਾਂ ਉਹਨਾਂ ਦਾ ਨਾਮ ਨਹੀਂ ਡਿਸਕਲੋਜ਼ ਕਰਾਂਗੇ, ਕਿਉਂਕਿ ਸਾਡੀ ਜਿਹੜੀ ਇੱਕ ਪ੍ਰਾਈਵੇਸੀ ਪੋਲਿਸੀ ਹੈ ਵੀ ਆਪਾਂ ਕਿਸੇ ਨੂੰ ਵੀ ਇੱਥੇ ਬਦਨਾਮ ਕਰਨ ਲਈ ਜਾਂ ਡਿਫੇਮ ਕਰਨ ਲਈ ਨਹੀਂ ਬੈਠੇ। ਸੋ ਉਹਨਾਂ ਦਾ ਇੱਦਾਂ ਦਾ ਸੀਗਾ ਕੁਛ ਵੀ, ਉਹਨਾਂ ਦੇ ਪਤੀ ਨੂੰ ਇੱਦਾਂ ਲੱਗਦਾ ਸੀਗਾ ਵੀ ਮੇਰਾ ਜਿਹੜਾ ਇੰਪਰੈਸ਼ਨ ਹੈ ਉਹ ਚੰਗਾ ਨਹੀਂ ਪੈਂਦਾ ਪਿਆ ਮੇਰੇ ਪਾਰਟਨਰ ਮੂਹਰੇ। ਸੋ ਉਹਨਾਂ ਨੇ ਨਸ਼ੇ ਦਾ ਸਹਾਰਾ ਸਟਾਰਟਿੰਗ ਦੇ ਵਿੱਚ ਦਾਰੂ ਦਾ ਸਹਾਰਾ ਲਿਆ, ਵਿਸਕੀ ਦਾ ਸਹਾਰਾ ਲਿਆ, 2-3 ਪੈਗ ਲਾ ਕੇ ਕਹਿੰਦੇ ਰੋਜ਼ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ, ਇੰਟਰਕੋਰਸ ਕਰਦੇ ਸੀਗੇ, ਪਰ ਉਹਦਾ ਉੱਤੇ ਮਨ ਨਹੀਂ ਪੂਰਾ ਨਹੀਂ ਹੋਇਆ, ਅਤੇ ਫਿਰ ਉਹਨੇ ਹੋਰ ਜ਼ਿਆਦਾ ਜਿਹੜੀ ਹੈਗੀ ਹੈ ਸ਼ਰਾਬ ਜ਼ਿਆਦਾ ਪੀਣੀ ਸ਼ੁਰੂ ਕਰਤੀ। ਫਿਰ ਜਿੰਨੀ ਜ਼ਿਆਦਾ ਉਹਨੇ ਜ਼ਿਆਦਾ ਡਰਿੰਕ ਕਰਨੀ ਸ਼ੁਰੂ ਕਰਤੀ, ਉਨੀ ਜ਼ਿਆਦਾ ਉਹਦੀ ਹੋਸ਼ ਜਿਹੜੀ ਹੈ ਘਰ ਵਾਲੇ ਦੀ ਉਹ ਜਾਂਦੀ ਲੱਗੀ, ਅਤੇ ਉਹ ਹੋਰ ਜ਼ਿਆਦਾ ਜ਼ੁਲਮ ਕਰਦਾ ਸੀ ਉਹਨਾਂ 'ਤੇ। ਫਿਰ ਗਾਂਹ ਦੀ ਗਾਂਹ ਵੱਧਦੇ ਉਹਨੇ ਜਿਹੜਾ ਮੈਡੀਕਲ ਨਸ਼ਾ ਉਹਦਾ ਵੀ ਸਹਾਰਾ ਲੈਣਾ ਸ਼ੁਰੂ ਕਰਤਾ ਨਾਲ, ਅਤੇ ਉਹਦੇ ਨਾਲ ਕੰਡੀਸ਼ਨ ਉਹਨਾਂ ਦੇ ਘਰ ਦੀ ਹੋਰ ਜ਼ਿਆਦਾ ਵਰਸਟ ਹੋ ਗਈ, ਅਤੇ ਕਰਦੇ ਕਰਾਉਂਦੇ ਕੰਡੀਸ਼ਨ ਇੱਥੇ ਤੱਕ ਪਹੁੰਚ ਗਈ ਵੀ ਉਹਨਾਂ ਨੂੰ ਹੌਸਪੀਟਲ ਦੇ ਵਿੱਚ ਵੀ ਐਡਮਿਟ ਕਰਨਾ ਪਿਆ। ਅੱਛਾ, ਇੱਕ ਗੱਲ ਦੱਸੋ ਵੀ ਜਦ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ, ਜਦੋਂ ਨਸ਼ਾ ਕਰਕੇ ਜਾਂ ਤਾਕਤ ਵਧਾਊ ਗੋਲੀਆਂ ਦਾ ਵੀ ਅੱਜ ਕੱਲ੍ਹ ਬੜਾ ਰਿਵਾਜ਼ ਹੈ ਜਿਹੜਾ ਚੱਲਿਆ ਹੋਇਆ, ਨੌਜਵਾਨ ਮੁੰਡੇ ਕੁੜੀਆਂ ਇਹ ਵੀ ਲੈਂਦੇ ਨੇ, ਕਿਹੜੀ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਜਦੋਂ ਨਸ਼ਾ ਕਰਕੇ ਅਸੀਂ ਗ੍ਰਸਤੀ ਵਾਲੇ ਪਾਸੇ ਨੂੰ ਪੈਂਦੇ ਹਾਂ? ਰੁਕੀ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਸਾਈਡ ਇਫੈਕਟ ਇਹ ਹੁੰਦਾ ਵੀ ਇੱਕ ਮਾਨਸਿਕ ਬੰਦੇ ਦੇ ਵਿੱਚ ਇੱਕ ਫੋਬੀਆ ਡਿਵੈਲਪ ਹੋ ਜਾਂਦਾ ਦਿਮਾਗ 'ਚ। ਫੋਬੀਆ ਮੀਨਸ ਵੀ ਇੱਕ ਵਹਿਮ ਪੈ ਜਾਂਦਾ ਦਿਮਾਗ ਦੇ ਵਿੱਚ ਵੀ ਜਦੋਂ ਵੀ ਮੈਂ ਨਸ਼ਾ ਕੀਤੇ ਬਿਨਾਂ ਇੰਟਰਕੋਰਸ ਕਰਾਂਗਾ, ਸੈਕਸ ਕਰਾਂਗਾ, ਅਤੇ ਮੈਨੂੰ ਮੇਰੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਨੀ ਪਏਗੀ ਵੀ ਮੈਂ ਅਨਏਬਲ ਟੂ ਪਰਫੋਰਮ, ਵੀ ਮੈਂ ਕਿਸੇ ਕੰਮ ਜੋਗਾ ਨਹੀਂ ਰਹਾਂਗਾ।
ਤੇ ਇਦਾਂ ਦਾ ਕੁਝ ਨਹੀਂ ਹੁੰਦਾ। ਇਹ ਇੱਕ ਫੋਬੀਆ ਤੁਹਾਡੇ ਦਿਮਾਗ ਦੇ ਵਿੱਚ, ਵਹਿਮ ਹੈ ਕਿ ਸਾਰੀ ਦੁਨੀਆ ਦੇ ਬੰਦੇ ਨਸ਼ਾ ਕਰਕੇ ਹੀ ਨਹੀਂ ਸਿਰਫ ਆਪਣੇ ਪਾਰਟਨਰ ਨੂੰ ਮਿਲਦੇ। ਤੁਹਾਡਾ ਪਾਰਟਨਰ ਤੁਹਾਡੇ ਤੋਂ ਜ਼ਿਆਦਾ ਖੁਸ਼ ਹੋਏਗਾ ਜੇ ਤੁਸੀਂ ਨਸ਼ਾ ਕੀਤੇ ਬਗੈਰ ਉਹਨਾਂ ਨਾਲ ਰਿਲੇਸ਼ਨ ਬਣਾਓਗੇ। ਤੇ ਸਭ ਤੋਂ ਜੀ ਅੱਛਾ, ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ। ਅਸਲ 'ਚ ਕਈ ਵਾਰ ਸਵਾਲ ਇੰਨੀ ਜ਼ਿਆਦਾ ਫਲੋ ਦੇ ਵਿੱਚ ਆ ਜਾਂਦਾ ਹੈ, ਬਿਮਾਰੀਆਂ ਕਿਹੜੀਆਂ ਲੱਗਦੀਆਂ ਨੇ ਜਦੋਂ ਕਿਉਂਕਿ ਉਸ ਫਲੋ ਦੇ ਵਿੱਚ ਹੁੰਦਾ ਹੈ, ਨੈਚੁਰਲ ਤਰੀਕੇ ਨਾਲ ਸਾਰਾ ਕੁਝ ਹੁੰਦਾ ਤੇ ਅਸੀਂ ਅਨਨੈਚੁਰਲ ਉਹਨੂੰ ਪ੍ਰੋਸੈਸ ਨੂੰ ਬਣਾ ਦਿੰਦੇ ਹਾਂ, ਤਾਂ ਫਿਰ ਓਬਵੀਅਸਲੀ ਗੱਲ ਹੈ ਕਿ ਬਿਮਾਰੀਆਂ ਹੋਣੀਆਂ। ਕਿਹੜੇ ਕੇਸ ਤੁਹਾਡੇ ਕੋਲ ਫਿਰ ਸਭ ਤੋਂ ਜ਼ਿਆਦਾ ਆਉਂਦੇ ਨੇ ਜਦੋਂ ਇਸ ਤਰੀਕੇ ਨਾਲ ਅਸੀਂ ਪ੍ਰਕਿਰਿਆ ਨੂੰ ਸਰ ਅੰਜਾਮ ਦਿੰਦੇ ਹਾਂ? ਰੁਕੀ ਸਾਹਿਬ, ਇਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀਗਾ ਵੀ ਸਭ ਤੋਂ ਜਿਹੜੀ ਪਹਿਲੀ ਬਿਮਾਰੀ ਲੱਗਦੀ ਹੈ ਨਾ, ਉਹ ਲੱਗਦੀ ਲੀਵਰ ਨੂੰ। ਲੀਵਰ ਸਾਡਾ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ, ਲੀਵਰ ਜਿਹੜਾ ਫੈਟੀ ਹੋ ਜਾਂਦਾ। ਜਦੋਂ ਵੀ ਆਪਾਂ ਨਸ਼ਾ ਕਰਕੇ ਸੈਕਸ ਕਰਾਂਗੇ, ਸਭ ਤੋਂ ਜਿਹੜਾ ਪਹਿਲਾ ਨੁਕਸਾਨ ਹੁੰਦਾ ਲੀਵਰ ਨੂੰ ਹੁੰਦਾ। ਸੈਕਿੰਡ ਜਿਹੜਾ ਨੁਕਸਾਨ ਹੁੰਦਾ ਉਹ ਕਿਡਨੀਆਂ ਨੂੰ ਹੁੰਦਾ। ਫਿਰ ਉਸ ਤੋਂ ਬਾਅਦ ਆਪਾਂ ਨੂੰ ਸ਼ੂਗਰ, ਜਿਹਨੂੰ ਡਾਇਬਟੀਜ਼ ਕਹਿੰਦੇ ਆਪਾਂ, ਸ਼ੂਗਰ ਰੋਗ ਹੁੰਦਾ। ਉਸ ਤੋਂ ਬਾਅਦ ਗਾਂਹ ਫਿਰ ਬਲੱਡ ਪ੍ਰੈਸ਼ਰ ਦਾ ਨੁਕਸ ਹੁੰਦਾ, ਕਿਉਂਕਿ ਆਪਣਾ ਜਿਹੜਾ ਬਲੱਡ ਹੈ ਉਹ ਥਿੱਕ ਹੋ ਜਾਂਦਾ। ਸੋ ਮਲਟੀਪਲ ਪ੍ਰੋਬਲਮਸ, ਇੰਨੀਆਂ ਜ਼ਿਆਦਾ ਬਿਮਾਰੀਆਂ ਲੱਗਦੀਆਂ ਜਿਹਦੇ ਨਾਲ ਬੰਦਾ ਬਿਲਕੁਲ ਕਿਸੇ ਕੰਮ ਜੋਗਾ ਨਹੀਂ ਰਹਿੰਦਾ। ਗ੍ਰਸਤੀ ਦਾ ਲੀਵਰ ਨਾਲ ਕੀ ਫਰਕ ਹੈ, ਕਿਡਨੀ ਨਾਲ ਕੀ ਸੰਬੰਧ ਹੈ ਜੀ? ਇਹ ਕੀ ਗੱਲ ਹੈ? ਦੇਖੋ ਜੀ, ਇਹਦਾ ਇੱਕ ਟੈਕਨੀਕਲ ਰੀਜ਼ਨ ਹੈਗਾ। ਮੈਂ ਕੋਈ ਬਿਨਾਂ ਸੋਚੇ ਸਮਝੇ ਨਹੀਂ ਬੋਲ ਰਿਹਾ। ਟੈਕਨੀਕਲ ਰੀਜ਼ਨ ਇਹ ਵੇ ਕਿ ਜਦੋਂ ਵੀ ਆਪਣਾ ਲੀਵਰ ਹੈ, ਤੁਸੀਂ ਉਹਦੇ ਵਿੱਚ ਐਲਕੋਹਲ ਪਾਓਗੇ, ਐਲਕੋਹਲ ਦੇ ਨਾਲ ਜਿਹੜਾ ਲੀਵਰ ਹੈ ਤੁਹਾਡਾ ਓਬਵੀਅਸਲੀ ਫੈਟੀ ਲੀਵਰ ਹੋਏਗਾ। ਫੈਟੀ ਲੀਵਰ ਅੱਗੇ ਹੀ ਹੋਇਆ ਪਿਆ, ਉੱਤੋਂ ਆਪਾਂ ਉਸ ਕੰਮ ਨੂੰ ਕਰਕੇ ਤੇ ਇੰਟਰਕੋਰਸ ਕਰਨ ਜਾ ਰਹੇ ਹਾਂ, ਤੇ ਉਹ ਸਾਰਾ ਜਿਹੜਾ ਜ਼ੋਰ ਹੈ ਨਾ, ਉਹ ਸਾਰਾ ਲੀਵਰ 'ਤੇ ਪਏਗਾ ਔਰ ਅਲਟੀਮੇਟਲੀ ਲੀਵਰ 'ਤੇ ਪਏਗਾ। ਲੀਵਰ ਤੋਂ ਬਾਅਦ ਜਦੋਂ ਤੁਹਾਡਾ ਲੀਵਰ ਡੈਮੇਜ ਹੋ ਗਿਆ, ਉਸ ਤੋਂ ਬਾਅਦ ਤੁਹਾਡੀਆਂ ਕਿਡਨੀਆਂ ਡੈਮੇਜ ਹੋਣੀਆਂ, ਜਿਹੜੀਆਂ ਸੁਭਾਵਿਕ ਨੇ, ਠੀਕ ਹੈ। ਉਹਦੇ ਤੋਂ ਬਾਅਦ ਤੁਹਾਨੂੰ ਹਾਈ BP ਹੋਣਾ ਵੀ ਸੁਭਾਵਿਕ ਹੈ, ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਅੰਦਰ ਐਲਕੋਹਲ ਪਾਓਗੇ, ਬਲੱਡ ਪ੍ਰੈਸ਼ਰ ਉਨਾ ਜ਼ਿਆਦਾ ਹਾਈ ਹੋਏਗਾ। ਜਿੰਨਾ ਜ਼ਿਆਦਾ ਬਲੱਡ ਪ੍ਰੈਸ਼ਰ ਹਾਈ ਹੋਏਗਾ, ਉਨਾ ਤੁਸੀਂ ਹਾਈ ਰਿਸਕ 'ਤੇ ਹੋਵੋਗੇ, ਤੁਹਾਨੂੰ ਹਾਰਟ ਅਟੈਕ ਵੀ ਹੋ ਸਕਦਾ। ਮਤਲਬ ਨਸ਼ਾ ਕਰਕੇ ਜਿਹੜੇ ਲੋਕ ਗ੍ਰਸਤੀ ਵਾਲੇ ਪਾਸੇ ਨੂੰ ਪੈਣ ਦੀ ਕੋਸ਼ਿਸ਼ਾਂ 'ਚ ਨੇ ਜਾਂ ਕਰਦੇ ਨੇ, ਤਾਂ ਉਹਨਾਂ ਨੂੰ ਹਾਰਟ ਅਟੈਕ ਦੀ ਜਿਹੜੀ ਕੰਪੈਰੇਟਿਵਲੀ ਜਿਹੜੀ ਅਸੀਂ ਕਹਿ ਲਈਏ ਕਿ ਮਰਜ਼ ਹੈਗਾ ਜਾਂ ਹਾਰਟ ਅਟੈਕ ਹੋਣ ਦਾ ਕੰਪੈਰੇਟਿਵਲੀ ਚਾਂਸ ਜ਼ਿਆਦਾ ਰਹਿੰਦਾ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਿੱਧਾ ਸਿੱਧਾ। ਤੇ ਫਿਰ ਲੋਕ ਡਰਦੇ ਕਿਉਂ ਨਹੀਂ? ਦੇਖੋ ਜੀ, ਆਪਣੀ ਜਾਨ ਤੋਂ ਪਿਆਰੀ ਚੀਜ਼ ਕੋਈ ਨਹੀਂ ਹੁੰਦੀ। ਆਪਣੀ ਜਾਨ ਤੋਂ ਪਿਆਰੀ ਚੀਜ਼ ਸਿਰਫ ਇੱਕੋ ਹੀ ਹੈ ਵੀ ਆਪਾਂ ਇੰਜੋਇਮੈਂਟ ਕਰਨ ਲਈ ਕਿਸੇ ਵੀ ਹੱਦ ਤੱਕ। ਹੁਣ ਇਹ ਚੀਜ਼ 'ਤੇ ਨਾ ਸਾਰੇ ਜਿਹੜੇ ਸਾਇੰਟਿਸਟ ਨੇ ਉਹਨਾਂ ਰਿਸਰਚ ਕਰ ਚੁੱਕੇ ਨੇ ਵੀ ਜਦੋਂ ਤੁਸੀਂ ਕੋਈ ਵੀ ਐਲਕੋਹਲ ਹੈ ਜਾਂ ਕਿਸੇ ਵੀ ਨਸ਼ੇ ਨੂੰ ਕਰਕੇ ਇੰਟਰਕੋਰਸ ਕਰਦੇ ਹੋ, ਤੇ ਤੁਹਾਨੂੰ ਜਿਹੜਾ ਸਟ੍ਰੋਕ ਆਉਣ ਦਾ ਚਾਂਸਿਸ ਇਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਬਾਊਟ 30 to 40% ਚਾਂਸ ਜ਼ਿਆਦਾ ਵੱਧ ਜਾਂਦੇ ਨੇ, ਬਜਾਏ ਕਿ ਤੁਸੀਂ ਜੇ ਨਸ਼ਾ ਨਾ ਕੀਤਾ ਹੋਏ। ਤੇ ਫਿਰ ਵੈਜੀ ਫਿਰ ਇੱਕ ਹੋਰ ਸਵਾਲ ਇੱਥੇ ਇਹ ਹੈ, ਜਦੋਂ ਅਸੀਂ ਨਸ਼ਾ ਕਰਕੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਗ੍ਰਸਤੀ ਵਾਲੇ ਪਾਸੇ ਨੂੰ ਝੁਕਾ ਅਸੀਂ ਕਰਦੇ ਹਾਂ ਜਾਂ ਗ੍ਰਸਤੀ ਵਾਲੇ ਪਾਸੇ ਨੂੰ ਅਸੀਂ ਪੈਂਦੇ ਹਾਂ, ਤਾਂ ਫਿਰ ਬਹੁਤ ਸਾਰੇ ਲੋਕਾਂ ਦੇ ਵਿੱਚ ਕਹਿੰਦੇ ਨੇ ਜੀ ਕਿ ਕਮਜ਼ੋਰੀ ਆ ਗਈ। ਤੇ ਫਿਰ ਕਮਜ਼ੋਰੀ ਦਾ ਕਾਰਨ ਵੀ ਫਿਰ ਉਹੀ ਚੀਜ਼ ਹੁੰਦੀ ਹੈ ਜਾਂ ਕਮਜ਼ੋਰੀ ਕੋਈ ਅੱਡ ਤਰੀਕੇ ਨਾਲ ਆਉਂਦੀ ਹੈ? ਦੇਖੋ ਜੀ, ਕਮਜ਼ੋਰੀ ਦਾ ਜਿਹੜਾ ਕਾਰਨ ਨੇ ਨਾ, ਉਹ ਕਈ ਸਾਰੇ ਹੁੰਦੇ ਨੇ, ਉਹਦੇ ਡਿਫਰੈਂਟ ਚੀਜ਼ ਹੈ। ਪਰ ਇੱਥੇ ਜਿਹੜੀ ਗੱਲ ਇਸ ਵੇਲੇ ਚੱਲ ਰਹੀ ਹੈ, ਉਹ 'ਚ ਸਭ ਤੋਂ ਇੰਪੋਰਟੈਂਟ ਚੀਜ਼ ਆ ਹੈ ਕਿ ਜਦੋਂ ਵੀ ਆਪਾਂ ਕੋਈ ਇੱਦਾਂ ਦਾ ਨਸ਼ਾ ਕਰ ਲਿਆ, ਸਪੋਜ਼ ਆਪਾਂ ਕੋਈ ਗੋਲੀ ਖਾ ਲਈ, ਕੋਈ ਕੈਪਸੂਲ ਖਾ ਲਿਆ, ਉਹਦੇ ਨਾਲ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਬਹੁਤ ਤੇਜ਼ ਹੋ ਗਏ, ਅਸੀਂ ਇੱਦਾਂ ਕਰ ਦਾਂਗੇ ਅਸੀਂ। ਬਟ ਇਹ ਚੀਜ਼ਾਂ ਐਕਚੁਅਲ ਦੇ ਵਿੱਚ ਨਹੀਂ ਹੁੰਦੀਆਂ, ਕਿਉਂਕਿ ਆਪਾਂ ਉਸ ਟਾਈਮ ਤੱਕ ਇੰਨਾ ਕੁ ਜ਼ਿਆਦਾ ਆਪਣਾ ਬੇੜਾ ਗਰਕ ਆਲਰੇਡੀ ਕਰ ਚੁੱਕੇ ਹੁੰਦੇ ਹਾਂ ਕਿ ਉਹ ਜਿਹੜੀ ਗੋਲੀ ਹੈ, ਉਹ ਜਿਹੜਾ ਕੈਪਸੂਲ ਹੈ, ਉਹ ਅਸਰ ਕਰਨਾ ਹੀ ਬੰਦ ਕਰ ਜਾਂਦਾ। ਦੇਖੋ, ਇੱਕ ਲੌਂਗ ਟਾਈਮ ਵਧਾਉਣ ਲਈ ਜਾਂ ਇੱਕ ਲੌਂਗ ਟਾਈਮ ਡਿਊਰੇਸ਼ਨ ਨੂੰ ਵਧਾਉਣ ਲਈ, ਅਸੀਂ ਇੱਕ ਰੁਕਾਵਟ ਪਾਉਣ ਲਈ ਵੀ ਅਸੀਂ ਆਪਣੇ ਪਾਰਟਨਰ ਨੂੰ ਇੰਪ੍ਰੈਸ ਕਰ ਦਈਏ ਵੀ ਅਸੀਂ ਬੜੇ ਫੰਨੇ ਖਾਵਾਂ, ਅਸੀਂ ਆਹ ਬਣ ਜਾਵਾਂਗੇ, ਅਸੀਂ ਉਹ ਕਰ ਦਾਂਗੇ। ਕੁਛ ਨਹੀਂ ਹੁੰਦਾ ਇੱਦਾਂ ਦਾ। ਤੁਸੀਂ ਲੈਟਸ ਟੇਕ ਐਗਜ਼ਾਮਪਲ ਆਫ ਵਿਆਗਰਾ, ਜਿਨ੍ਹਾਂ ਨੇ ਯੂਜ਼ ਕੀਤੀ ਹੈ। ਐਲੋਪੈਥੀ ਗੋਲੀ ਹੁੰਦੀ ਹੈ, ਵੀ ਆਪਾਂ ਕਹਿੰਦੇ ਹਾਂ ਵੀ ਇੱਦਾਂ, ਸਿਰਫ ਉਹ ਇਰੈਕਸ਼ਨ ਦੇ ਵਿੱਚ ਹੈਲਪ ਕਰਦੀ ਹੈ। ਉਹਦਾ ਸੈਕਸ ਦੇ ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਦ ਕਿ ਲੋਕਾਂ ਨੂੰ, ਜਿਨ੍ਹਾਂ ਨੂੰ ਇਰੈਕਸ਼ਨ ਦੀ ਪ੍ਰੋਬਲਮ ਨਹੀਂ ਹੁੰਦੀ, ਉਹ ਉਹਨੂੰ ਖਾ ਕੇ ਟਾਈਮ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ। ਜਦ ਕਿ ਜਿਹੜਾ ਟਾਈਮ ਹੈ, ਉਹ ਤੁਹਾਡੇ ਸਪਰਮ ਦੀ ਕੁਆਲਿਟੀ ਤੇ ਕੁਆਂਟਿਟੀ ਦੇ ਉੱਤੇ ਡਿਪੈਂਡ ਕਰਦਾ। ਸੋ ਇਹਨਾਂ ਚੀਜ਼ਾਂ ਨੂੰ ਟਾਈਮ ਵਧਾ ਕੇ ਕੀ ਕਰਨਾ ਜੀ? ਦੇਖੋ ਜੀ, ਇੱਕ ਫੋਬੀਆ ਦਿਮਾਗ ਦੇ ਵਿੱਚ, ਇੱਕ ਵਹਿਮ ਆਪਣੇ ਪਾਰਟਨਰ ਨੂੰ ਇੰਪ੍ਰੈਸ ਕਰਨ ਦਾ, ਜਦ ਕਿ ਉਹਦੇ ਵਿਚਾਰੀਆਂ ਪਹਿਲਾਂ ਹੀ ਰੋਣ ਡਈਆਂ ਵੀ ਸਾਨੂੰ ਤੰਗ ਕਰਦਾ, ਸਾਨੂੰ ਪਰੇਸ਼ਾਨ ਕਰਦਾ। ਪਤਾ ਨਹੀਂ ਕਿਹੜੀ ਇੱਕ ਦੌੜ ਪਈ ਹੋਈ ਹੈ। ਇਹ ਸਾਰੀ ਚੀਜ਼ਾਂ ਦਾ ਜਿਹੜਾ ਜੜ੍ਹ ਹੈ ਨਾ, ਉਹ ਹੈਗੀ ਹੈ ਪੋਰਨ। ਜਦੋਂ ਤੱਕ ਅਸੀਂ ਪੋਰਨ ਦੇਖਾਂਗੇ, ਉੱਥੇ ਸਭ ਕੁਛ ਜੋ ਹੁੰਦਾ, ਕੈਮਰਾ ਟ੍ਰਿਕ ਹੁੰਦਾ,
ਉਹ ਵਿੱਚ ਇੰਟਰਵਲ ਲੈ ਕੇ ਉਹੀ ਸੀਨ ਨੂੰ ਬਾਰ-ਬਾਰ ਕਰਕੇ ਦਿਖਾਉਂਦੇ ਨੇ। ਇੱਥੇ ਲੱਗਦਾ ਜੀ ਉਹ ਅੱਧਾ ਘੰਟਾ ਲੱਗਾ ਰਿਹਾ ਜੀ, ਉਹ 2 ਘੰਟੇ ਲੱਗਾ ਰਿਹਾ। ਇੱਦਾਂ ਦੀ ਚੀਜ਼ਾਂ ਹੋ ਹੀ ਨਹੀਂ ਸਕਦੀਆਂ, ਪੋਸੀਬਲ ਹੀ ਨਹੀਂ ਹੈਗੀਆਂ। ਸੋ ਆਪਾਂ ਆਪਣੇ ਪਾਰਟਨਰ ਨੂੰ ਸਪੋਇਲ ਕਰ ਰਹੇ ਹਾਂ, ਆਪਣੀ ਜ਼ਿੰਦਗੀ ਨੂੰ ਸਪੋਇਲ ਕਰ ਰਹੇ ਹਾਂ, ਆਪਣੀ ਲਾਈਫ ਨੂੰ ਹਾਈ ਰਿਸਕ 'ਤੇ ਲੈ ਕੇ ਜਾ ਰਹੇ ਹਾਂ। ਸੋ ਇਹ ਮੇਰੇ ਦੇਖਣ ਵਾਲਿਆਂ ਨੂੰ ਫਿਰ ਅਪੀਲ ਹੈ ਮੇਰੀ ਹੱਥ ਜੋੜ ਕੇ ਵੀ ਆਪਣੇ ਪਾਰਟਨਰ ਨੂੰ ਪਰੇਸ਼ਾਨ ਨਾ ਕਰੋ। ਇੱਦਾਂ ਦੀ ਚੀਜ਼ਾਂ ਆਪਣੇ ਉੱਤੇ ਨਾ, ਤੁਸੀਂ ਆਪਣੀ ਲਾਈਫ ਵੀ ਰਿਸਕ 'ਚ ਪਾ ਰਹੇ ਹੋ, ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ। ਉਹਦੇ ਵਿੱਚ ਫਾਇਦਾ ਤਾਂ ਕਿਸੇ ਨੂੰ ਨਹੀਂ ਹੋ ਰਿਹਾ, ਨਾ ਕੋਈ ਕਿਸੇ ਦੀ ਇੰਜੋਇਮੈਂਟ ਹੋ ਰਹੀ ਹੈ। ਸੋ ਆਪਣੇ ਪਰਿਵਾਰ ਨੂੰ ਬਚਾਓ ਅਤੇ ਇੱਦਾਂ ਦੀ ਚੀਜ਼ਾਂ ਤੋਂ ਬਚੋ। ਮੇਰਾ ਤਾਂ ਇਹੀ ਸੁਨੇਹਾ ਤੁਹਾਨੂੰ। ਅੱਛਾ, ਫਿਰ ਵੈਦ ਜੀ, ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆਏਗੀ ਕਿ ਵਾਕਈ ਅਸੀਂ ਗਲਤ ਟਰੈਕ ਦੇ ਉੱਤੇ ਸੀ ਅਤੇ ਹੁਣ ਅਸੀਂ ਇਹ ਟਰੈਕ ਛੱਡ ਦੇਣਾ, ਪਰ ਫਿਰ ਉਹ ਗੱਲਬਾਤ ਨਹੀਂ ਬਣਦੀ ਜੀ। ਉਹਨਾਂ ਦੇ ਮਨ ਦੇ ਵਿੱਚ ਵੀ ਉਹੀ ਹੈ। ਫਿਰ ਉਹਦੇ ਵਾਸਤੇ ਉਹ ਕੀ ਕਰਨ? ਕਿਹੜਾ ਫਾਰਮੂਲਾ ਹੈਗਾ ਤੁਹਾਡੇ ਕੋਲ ਕਿ ਉਹ ਫਿਰ ਦੁਬਾਰਾ ਤੋਂ ਉਸੇ ਟਰੈਕ 'ਤੇ ਆ ਜਾਣ ਜਿਸ ਟਰੈਕ ਦੇ ਉੱਤੇ ਕੁਦਰਤ ਉਹਨਾਂ ਨੂੰ ਚਾਹੁੰਦੀ ਹੈ? ਦੇਖੋ ਫਰੂਕੀ ਸਾਹਿਬ, ਇਹਦੇ ਲਈ ਜੇ ਤੇ ਮੇਰੀ ਇੰਟਰਵਿਊ ਦੇਖ ਕੇ ਕੋਈ ਮੇਰਾ ਵੀਰ ਭਰਾ ਇਹ ਕੰਮ ਛੱਡ ਦੇ ਤੇ ਮੇਰਾ ਉਹਦੇ ਲਈ ਬੜਾ ਥੈਂਕਫੁਲ ਹੋਵਾਂਗਾ। ਰਹੀ ਗੱਲ ਵੀ ਰਾਈਟ ਟਰੈਕ ਦੀ, ਜਦੋਂ ਤੱਕ ਨਸ਼ੇ ਪੱਤੇ ਨਹੀਂ ਸੀ ਆਏ ਪੁਰਾਣੇ ਜ਼ਮਾਨਿਆਂ ਦੇ ਵਿੱਚ, ਲੋਕੀ ਮਹਾਰਾਜ ਦਾ ਨਾਂ ਲੈਂਦੇ ਸੀਗੇ, 10 ਨੌਆਂ ਦੀ ਕਿਰਤ ਕਰਦੇ ਸੀਗੇ, ਵੰਡ ਕੇ ਬਹਿ ਕੇ ਛਕਦੇ ਸੀ, ਸਭ ਕੁਛ ਵਧੀਆ ਤਰੀਕੇ ਨਾਲ ਚੱਲਦਾ ਸੀਗਾ। ਆਪਾਂ ਨੂੰ ਲੋੜ ਹੈ ਵੀ ਉਸੇ ਟਾਈਮ ਦੇ ਉੱਤੇ ਜਿੱਦਾਂ ਉਹ ਚੱਲਦਾ ਸੀਗਾ, ਚੰਗੀ ਡਾਈਟ ਦੇ ਨਾਲ, ਚੰਗੀ ਸਿਹਤ ਦੇ ਨਾਲ, ਜਿਹੜੇ ਮੇਰੇ ਵੀਰ ਭਰਾਵਾਂ ਨੇ ਆਪਣਾ ਨੁਕਸਾਨ ਵੱਧ ਕਰ ਲਿਆ ਉਹ ਮੇਰੇ ਨਾਲ ਸੰਪਰਕ ਕਰਨ। ਮੈਂ ਉਹਨਾਂ ਨੂੰ ਰਾਈਟ ਟਰੈਕ ਦੇ ਉੱਤੇ ਜਾਣ ਦੀ ਪੂਰੀ ਸਹੀ ਇਨਸ਼ੋਰਟੀ ਦਿੰਦਾ ਵਾਂ ਕਿ ਜੋ ਉਹ ਇੰਜੋਇਮੈਂਟ ਆਪਣੇ ਫੈਮਿਲੀ ਲਾਈਫ ਦੇ ਵਿੱਚ ਚਾਹੁੰਦੇ ਨੇ ਬਿਨਾਂ ਕਿਸੇ ਨਸ਼ੇ ਤੋਂ, ਉਹ ਜਿਹੜਾ ਸੌਖੇ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹ ਮੈਂ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਕਰਕੇ ਦੇਵਾਂਗਾ, ਬਗੈਰ ਦਵਾਈ ਤੋਂ। ਬਿਲਕੁਲ ਬਗੈਰ ਦਵਾਈ ਤੋਂ ਕਰਕੇ ਦੇਵਾਂਗਾ। ਅਤੇ ਇਹ ਮੇਰਾ ਉਹਦੇ ਨਾਲ ਵਾਅਦਾ ਹੈ ਵੀ ਜੋ ਇੰਜੋਇਮੈਂਟ ਉਹ ਚਾਹੁੰਦੇ ਸੀਗੇ ਉਹੀ ਇੰਜੋਇਮੈਂਟ ਉਹਨਾਂ ਨੂੰ ਮਿਲੇਗੀ, ਪਰ ਬਿਨਾਂ ਕਿਸੇ ਨਸ਼ੇ ਤੋਂ। ਜੀ। ਅੱਛਾ, ਫਿਰ ਇੱਕ ਹੋਰ ਬੜਾ ਅਹਿਮ ਸਵਾਲ, ਮਾਫ਼ ਕਰਨਾ ਅਸੀਂ ਸਮਾਂ ਥੋੜ੍ਹਾ ਜਿਹਾ ਹਮੇਸ਼ਾ ਹੀ ਜ਼ਿਆਦਾ ਲੈ ਲੈਂਦੇ, ਕਿਉਂਕਿ ਤੁਸੀਂ ਸਾਡੀ ਸਪਸ਼ਟਤਾ ਹੈਗੀ ਹੈ ਬਹੁਤ ਜ਼ਿਆਦਾ ਤੁਹਾਡੇ ਸ਼ਬਦਾਂ ਦੇ ਵਿੱਚ, ਤੁਹਾਡੇ ਮਾਈਂਡ ਦੇ ਵਿੱਚ, ਤੁਹਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ। ਇੱਕ ਹੋਰ ਅਹਿਮ ਸਵਾਲ ਇੱਥੇ ਇਹ ਆਉਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਤੁਹਾਡੇ ਸਾਹਮਣੇ ਆਉਂਦੇ ਨੇ, ਕਿੰਨਾ ਕੁ ਟਾਈਮ ਲੈ ਲੈਂਦੇ ਹੋ ਤੁਸੀਂ? ਕਿੰਨਾ ਕੁ ਟਾਈਮ ਲੱਗਦਾ ਹੈ? ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਾਉਂਸਲਿੰਗ ਨਾਲ ਠੀਕ ਕਰ ਦਿੰਦੇ ਹੋ, ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਤੁਹਾਡਾ ਵਾਲਾ ਗੋਰਿਆਂ ਵਾਲਾ ਫਾਰਮੂਲਾ ਅਪਣਾਉਣਾ ਹੀ ਪੈਂਦਾ। ਕਿੰਨਾ ਕੁ ਟਾਈਮ ਚਾਹੀਦਾ ਹੁੰਦਾ ਜੀ ਐਵਰੇਜ ਤੌਰ 'ਤੇ? ਕਿਉਂਕਿ ਕਈ ਵਾਰ ਹਿਊਮਨ ਟੂ ਹਿਊਮਨ ਵੈਰੀ ਕਰਦਾ। ਐਵਰੇਜ ਕਿੰਨਾ ਕੁ ਟਾਈਮ ਚਾਹੀਦਾ? ਕਿਉਂਕਿ ਕਈ ਵਾਰ ਬੰਦਾ ਸੋਚਦਾ ਯਾਰ ਮੈਨੂੰ ਤਾਂ 6 ਮਹੀਨੇ ਲੱਗ ਜਾਣਗੇ, ਮੈਨੂੰ ਸਾਲ ਲੱਗ ਜਾਣਗੇ, ਕਈ ਵਾਰ 2 ਸਾਲ ਲੱਗ ਜਾਣ। ਐਵਰੇਜ ਕਿੰਨੀ ਡਿਊਰੇਸ਼ਨ ਹੁੰਦੀ ਹੈ ਟਰੈਕ ਦੇ ਉੱਤੇ ਆਉਣ ਲਈ? ਦੇਖੋ ਫਰੂਕੀ ਸਾਹਿਬ, ਜਿਹੜੀ ਵੀ ਨੈਚੁਰਲ ਚੀਜ਼ ਹੈ ਨਾ, ਉਹਨੂੰ ਅਸਰ ਕਰਦਿਆਂ ਟਾਈਮ ਤਾਂ ਲੱਗਦਾ ਹੀ ਹੈ। ਮੈਂ ਇੱਥੇ ਬੈਠ ਕੇ ਝੂਠ ਤਾਂ ਨਹੀਂ ਬੋਲਾਂਗਾ ਵੀ ਮੈਂ ਹਫ਼ਤੇ 'ਚ ਠੀਕ ਕਰ ਦਾਂਗਾ, ਮੈਂ 2 ਦਿਨਾਂ 'ਚ ਠੀਕ ਕਰ ਦਾਂਗਾ, ਮੈਂ ਇੱਕੋ ਖੁਰਾਕ ਨਾਲ ਠੀਕ ਕਰ ਦਾਂਗਾ। ਇਹ ਔਨ ਐਨ ਐਵਰੇਜ ਮੰਨ ਕੇ ਚੱਲੋ ਵੀ 2 ਤੋਂ 3 ਮਹੀਨੇ ਐਵਰੇਜ ਲੱਗਣੇ ਹੀ ਲੱਗਣੇ ਨੇ ਬੰਦੇ ਨੂੰ ਪ੍ਰੋਪਰਲੀ ਠੀਕ ਹੋਣ। ਹੁਣ ਜਿਹੜਾ ਬੰਦਾ ਇੱਕ ਵਾਰੀ ਬਿਲਕੁਲ ਨਾਮਰਦ ਹੋ ਗਿਆ ਜਾਂ ਡੈੱਡ ਹੋ ਗਿਆ, ਉਹਨੂੰ ਕਈ ਵਾਰੀ 6 ਮਹੀਨੇ 20 ਲੱਗ ਸਕਦੇ ਨੇ, ਬਟ ਇੱਦਾਂ ਦੇ ਕੇਸ ਬਹੁਤ ਘੱਟ ਆਉਂਦੇ ਨੇ, ਰੇਅਰੈਸਟ ਟੂ ਰੇਅਰ ਆਉਂਦੇ ਨੇ, ਬਹੁਤ ਘੱਟ ਆਉਂਦੇ ਨੇ। ਬਟ ਤੁਸੀਂ ਮੰਨ ਕੇ ਚੱਲੋ ਵੀ 2 ਮਹੀਨਿਆਂ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਬਿਲਕੁਲ ਨਾਮਰਦ ਹੋਇਆ ਉਹ ਵੀ ਠੀਕ ਹੋ ਸਕਦਾ। ਆਪਾਂ ਉਹ ਗੱਲ ਕਰ ਰਹੇ ਹਾਂ ਵੀ ਉਹਨੂੰ ਬਿਲਕੁਲ ਕਾਇਮ ਕਰਨ ਦੀ ਗੱਲ ਕਰ ਰਹੇ ਹਾਂ, ਉਹਨੂੰ ਪੈਰਾਂ 'ਤੇ ਨਹੀਂ, ਉਹਨੂੰ ਪੂਰੀ ਸਪੀਡ ਨਾਲ ਦੌੜਾਉਣ ਦੀ ਗੱਲ ਕਰ ਰਹੇ ਹਾਂ। ਵੀ ਜਿਹਨੂੰ ਕਹਿੰਦੇ ਬੰਦਾ ਬਹੁਤ ਜ਼ਿਆਦਾ ਫਿੱਟ ਹੋ ਗਿਆ, ਉੱਥੇ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ। ਇਹ ਨਹੀਂ ਵੀ ਹਾਂ ਰਿੜਨਾ ਟੁੱਟਣਾ ਸ਼ੁਰੂ ਹੋ ਜਾਏਗਾ ਮਾੜਾ ਮਾੜਾ। ਅੱਛਾ, ਤੇ ਜਿਨ੍ਹਾਂ ਨੇ ਹੁਣੇ ਇਸ ਗਲਤ ਟਰੈਕ ਦੇ ਉੱਤੇ ਪਏ ਨੇ, ਕੁਝ ਤਾਂ ਪੈ ਚੁੱਕੇ ਨੇ, ਜਿਹੜੇ ਹੁਣੇ ਗਲਤ ਟਰੈਕ ਦੇ ਉੱਤੇ ਪਏ ਨੇ ਤੇ ਉਹ ਛੱਡਣਾ ਚਾਹੁੰਦੇ ਨੇ, ਉਹਨਾਂ ਵਾਸਤੇ ਫਿਰ ਕੀ ਫਾਰਮੂਲਾ ਹੈਗਾ? ਕਿਸ ਤਰ੍ਹਾਂ ਦੀ ਡਾਈਟ ਤੁਸੀਂ ਉਹਨਾਂ ਨੂੰ ਦੱਸਦੇ ਹੋ? ਕਿਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਖੁਸ਼ਹਾਲ ਬਣਾਉਣ ਵਾਸਤੇ ਕੋਈ ਤੁਹਾਡੇ ਕੋਲ ਫਾਰਮੂਲਾ ਹੈ ਜਿਹਨਾਂ ਨੇ ਤਾਜ਼ੇ ਸ਼ੁਰੂ ਕੀਤਾ? ਦੇਖੋ ਜੀ, ਨਸ਼ਾ ਜਿਹੜਾ ਨਾ, ਨਸ਼ਾ ਕਿਸੇ ਪ੍ਰੋਬਲਮ ਦਾ ਹੱਲ ਨਹੀਂ ਹੋ ਸਕਦਾ। ਉਹ ਪ੍ਰੋਬਲਮ ਨੂੰ ਵਧਾ ਸਕਦਾ, ਘਟਾ ਨਹੀਂ ਸਕਦਾ। ਤੁਹਾਨੂੰ ਇੱਕ ਸਮਾਜ ਦੇ ਵਿੱਚ ਨਸ਼ੇੜੀ ਦਾ ਖਿਤਾਬ ਜ਼ਰੂਰ ਮਿਲ ਜਾਏਗਾ, ਬਟ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਨਾ ਹੀ ਉਹਦੇ ਵਿੱਚ ਇਰੈਕਸ਼ਨ ਦੇ ਵਿੱਚ ਕੋਈ ਡਿਵੈਲਪਮੈਂਟ ਹੋਣੀ ਤੁਹਾਡੀ ਖਾਸ, ਨਾ ਹੀ ਤੁਹਾਡਾ ਕੋਈ ਸਮੇਂ ਵਾਲਾ ਮਸਲਾ ਹੱਲ ਹੋਣਾ। ਇੱਕ ਨਸ਼ੇੜੀ ਦਾ ਖਿਤਾਬ ਮਿਲ ਜਾਏਗਾ। ਇਹ ਨਾ ਵਧੀਆ ਤੁਸੀਂ ਨੈਚੁਰਲੀ ਕੀ ਕੰਮ ਹੈਗਾ, ਕੀ ਕੰਸੈਪਟ ਹੈਗਾ, ਕੁਛ ਨਹੀਂ ਹੈਗਾ। ਇਨਸਾਨ ਦਾ ਸਰੀਰ ਜਿਹੜਾ ਬਣਿਆ ਉਹ ਸਾਰਾ ਹਰ ਇੱਕ ਇਨਸਾਨ ਦਾ ਬਿਲਕੁਲ ਬਰਾਬਰ ਬਣਿਆ, ਠੀਕ ਹੈ। ਕਿਸੇ ਦਾ ਕੁਛ ਪ੍ਰਮਾਤਮਾ ਨੇ ਵਧਾਇਆ ਨਹੀਂ, ਕਿਸੇ ਦਾ ਕੁਛ ਘਟਾਇਆ ਨਹੀਂ। ਕੀ ਇਹ ਇੱਕ ਕਮਜ਼ੋਰੀ ਆਈ ਹੈ? ਕਮਜ਼ੋਰੀ ਦੇ 2 ਟੈਸਟ ਨੇ ਸਿੰਪਲ ਜੇ, ਇੱਕ ਯੂਰਿਨ ਦਾ ਟੈਸਟ ਹੈ, ਇੱਕ ਤੁਹਾਡਾ ਸੀਮਨ ਦਾ ਟੈਸਟ ਹੈ। ਉਹ ਕਰਾ ਕੇ ਮੇਰਾ ਵੀਰ ਜਿਹੜਾ ਮਰਜ਼ੀ ਮੈਨੂੰ ਆਪਣੀਆਂ WhatsApp 'ਤੇ ਰਿਪੋਰਟਾਂ ਭੇਜੇ, ਮੈਂ ਰਿਪੋਰਟਾਂ ਦੇਖ ਕੇ ਤੁਹਾਨੂੰ ਆਪ ਕਾਲ ਕਰਕੇ ਤੁਹਾਡੀ ਕਾਉਂਸਲਿੰਗ ਕਰਾਂਗਾ ਵਧੀਆ ਤਰੀਕੇ ਨਾਲ। ਜਿਹਦਾ ਕਾਉਂਸਲਿੰਗ ਨਾਲ ਮਸਲਾ ਹੱਲ ਹੁੰਦਾ, ਜਿਹਦਾ ਸਲਾਹ ਮਸ਼ਵਰੇ ਨਾਲ ਮਸਲਾ ਹੱਲ ਹੁੰਦਾ, ਜਾਂ ਕਈਆਂ ਦਾ ਦੇਸੀ ਜਿਹੜੇ ਹੁੰਦੇ ਨੇ ਨੁਸਖੇ ਦੇਣ ਨਾਲ ਮਸਲਾ ਹੱਲ ਹੋ ਜਾਂਦਾ,
ਉਹਨਾਂ ਨੂੰ ਆਪਾਂ ਦੇਸੀ ਨੁਸਖੇ ਦੇ ਕੇ ਠੀਕ ਕਰਾਂਗੇ। ਜਿਨ੍ਹਾਂ ਦੀ ਦਵਾਈ ਦਾ ਲੋੜ ਹੋਏਗੀ ਉਹਨਾਂ ਨੂੰ ਦਵਾਈ ਦੇ ਕੇ ਠੀਕ ਕਰ ਦਾਂਗੇ, ਬਜਾਏ ਆਪਾਂ ਨਸ਼ੇ ਦੇ ਉੱਤੇ ਇੰਨੇ ਪੈਸੇ ਲਾਉਣ ਦੇ। ਇੱਕ ਨਸ਼ੇੜੀ ਦਾ ਖਿਤਾਬ ਲੈ ਕੇ ਆਪਣਾ ਲੀਵਰ ਕਿਡਨੀਆਂ ਡੈਮੇਜ ਕਰਕੇ ਫਿਰ ਤੁਸੀਂ ਮੇਰੇ ਕੋਲ ਆਓਗੇ, ਫਿਰ ਮੇਰੇ ਲਈ ਇਲਾਜ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਬਜਾਏ ਇੰਨੇ ਲੰਬੇ ਚੱਕਰ 'ਚ ਪੈਣ ਦੇ ਤੁਸੀਂ ਸਿੱਧਾ ਮੇਰੇ ਕੋਲ ਆਓ, ਮੈਂ ਤੁਹਾਡਾ ਮਸਲਾ ਹੱਲ ਕਰਕੇ ਦੇਵਾਂਗਾ। ਇਸ ਗੱਲ ਦੀ ਪੂਰੀ ਸ਼ੋਰਟੀ ਹੈ ਵੀ ਜਿਹੜਾ ਇਲਾਜ ਕਰਾਂਗੇ ਉਹ ਤਰੀਕੇ ਨਾਲ ਕਰਾਂਗੇ, ਤੁਹਾਡਾ ਇੱਕ ਇੱਕ ਰੁਪਈਆ ਸਹੀ ਵਸੂਲ ਪਾਓਗੇ ਤੁਸੀਂ। ਅੱਛਾ, ਤੇ ਫਿਰ ਜਾਂਦੇ ਜਾਂਦੇ ਇਹ ਵੀ ਦੱਸੋ ਕਿ ਅਗਰ ਤੁਹਾਨੂੰ ਮਿਲਣਾ ਹੋਵੇ ਤਾਂ ਤੁਸੀਂ ਕਿਹੜੇ ਦਿਨ ਇੱਥੇ ਮਿਲਦੇ ਹੋ? ਅਗਰ ਤੁਹਾਨੂੰ ਫੋਨ ਕਰਨਾ ਹੋਵੇ ਤਾਂ ਤੁਸੀਂ ਕਿਸ ਵੇਲੇ ਅਵੇਲੇਬਲ ਹੋ? ਹਾਂਜੀ, ਮੈਂ ਫਰੂਕੀ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਵੀ ਜਿੱਥੇ ਮੇਰਾ ਤੁਸੀਂ ਫ਼ੋਨ ਨੰਬਰ ਦਿੰਦੇ ਹੋ ਉੱਥੇ ਨਾਲ ਕਾਈਂਡਲੀ ਮੇਰਾ ਨਾਂ ਤੇ ਮੇਰਾ ਐਡਰੈਸ ਵੀ ਦੇ ਦਿਓ। ਥੱਲੇ ਤੁਹਾਨੂੰ ਇੱਥੇ ਸਕਰੋਲ ਤੇ ਮਿਲ ਜਾਏਗਾ ਮੇਰਾ ਨਾਮ ਵੀ, ਐਡਰੈਸ ਵੀ। ਤੇ ਮੇਰਾ ਐਡਰੈਸ ਹੈਗਾ ਜੀ ਜਲੰਧਰ ਬੱਸ ਸਟੈਂਡ ਦੇ ਨੇੜੇ, ਨਰਿੰਦਰ ਸਿਲਮੇ ਦੇ ਬਿਲਕੁਲ ਸਾਹਮਣੇ। ਤੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਮੰਡੇ ਤੋਂ ਲੈ ਕੇ ਸੈਚਰਡੇ ਤੱਕ। ਸੰਡੇ ਨੂੰ ਮੇਰਾ ਆਫ ਹੁੰਦਾ ਜੀ, ਸੰਡੇ ਮੈਂ ਨਹੀਂ ਬੈਠਦਾ ਜੀ। ਤੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਮੈਂ ਰੋਜ਼ ਮਿਲਦਾ ਵਾਂ। ਦੁਪਹਿਰੀ 1 ਵਜੇ ਆਉਣ ਦਾ ਕੰਸੈਪਟ ਤਾਂ ਹੈ ਵੀ ਮੈਂ ਰਾਤੀ ਲੇਟ ਨਾਈਟ ਤੱਕ ਗੋਰਿਆਂ ਨਾਲ ਫੋਨ ਤੇ ਗੱਲਾਂ ਕਰਦਾ ਵਾਂ, ਤਾਂ ਮੈਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਕੁਛ ਕਰਜੇਵੇਂ ਹੋਰ ਹੁੰਦੇ ਨੇ, ਰਾਤ ਨੂੰ ਬਹਿ ਕੇ ਦਵਾਈਆਂ ਬਣਾਉਂਦਾ ਵਾਂ, ਮੈਨੂੰ ਸੌਂਦਿਆਂ ਨੂੰ 2-2:30 ਵੱਜ ਜਾਂਦੇ ਨੇ, ਤਾਂ ਮੈਂ ਦੁਪਹਿਰੀ 1 ਵਜੇ ਆਉਂਦਾ ਵਾਂ। ਤੇ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਮੈਂ ਤੁਹਾਡੀ ਸੇਵਾ 'ਚ ਬੈਠਾ ਵਾਂ। ਕਿਸੇ ਵੀ ਮੇਰੇ ਵੀਰ ਭਰਾ ਨੇ ਆ ਕੇ ਸਲਾਹ ਕਰਨੀ ਹੋਏ, ਆਪਣੇ ਦਿਲ ਦਾ ਕੋਈ ਦੁੱਖ ਸਾਂਝਾ ਕਰਨਾ ਹੋਏ, ਮੇਰੇ ਨਾਲ ਬਹਿ ਕੇ ਸਲਾਹ ਮਸ਼ਵਰਾ ਕਰ ਸਕਦਾ। ਜ਼ਰੂਰੀ ਨਹੀਂ ਤੁਸੀਂ ਮੇਰੇ ਕੋਲ ਆਓਗੇ ਤੇ ਦਵਾਈ ਲੈਣੀ ਆਣਾ, ਬੰਦਾ ਆਪਣੀ ਸਲਾਹ ਕਰਨ ਵੀ ਆ ਸਕਦਾ ਜੀ, ਕੋਈ ਗੱਲ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਬੜਾ ਕੀਮਤੀ ਸਮਾਂ ਹੁੰਦਾ, ਤੁਸੀਂ ਸਾਨੂੰ ਹਮੇਸ਼ਾ ਸਮਾਂ ਦਿੰਦੇ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰੇ ਦੇਖਣ ਵਾਲਿਆਂ ਦਾ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਵੈਦ ਹਰਸ਼ਬੀਰ ਸਿੰਘ, ਜਿਨ੍ਹਾਂ ਨੇ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਉਹਨਾਂ ਲੋਕਾਂ ਲਈ ਜੋ ਨਸ਼ਾ ਕਰਕੇ ਗ੍ਰਸਤੀ ਵਾਲੇ ਪਾਸੇ ਨੂੰ ਜਾਣਦੇ ਨੇ ਜਾਂ ਫਿਰ ਉਹਨਾਂ ਦਾ ਝੁਕਾਅ ਇਸ ਵਾਲੇ ਪਾਸੇ ਨੂੰ ਬਣ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਡੀਆਂ ਆਦਤਾਂ ਤੁਹਾਡੇ ਨਾਲ ਲੱਗੀਆਂ ਰਹੀਆਂ, ਨਸ਼ੇ ਵਾਲੀਆਂ ਆਦਤਾਂ, ਤਾਂ ਇਹ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹ ਬਰਬਾਦ ਕਰ ਸਕਦੀਆਂ ਨੇ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਜਿਹੜਾ ਨੰਬਰ ਚੱਲ ਰਿਹਾ ਹੈ ਵੈਦ ਹਰਸ਼ਬੀਰ ਜੀ ਉਹਨਾਂ ਦਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਮਨ ਦੀ ਸ਼ੰਕਾ, ਤੁਹਾਡੇ ਮਨ ਦੇ ਵਿੱਚ ਚੱਲ ਰਹੇ ਸਵਾਲ, ਉਹ ਤੁਸੀਂ ਸਾਨੂੰ ਇਹਨਾਂ ਦੇ ਜ਼ਰੀਏ ਕਰ ਸਕਦੇ ਹੋ। ਤੁਸੀਂ ਦੱਸ ਸਕਦੇ ਹੋ ਕਿ ਕੋਈ ਪ੍ਰੋਬਲਮ ਹੈ ਤੁਹਾਨੂੰ, ਤੁਸੀਂ ਇੱਥੇ ਆ ਕੇ ਉਹਨਾਂ ਨੂੰ ਮਿਲ ਵੀ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।